ਵਾਰੀ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਸੱਬਾ ਦਾ ਦਿਨ ਮੁਬਾਰਕ ਹੋਵੇ। ਅੱਜ ਦਾ ਜਿਹੜਾ ਸਾਡਾ ਟੌਪਿਕ ਆ ਬੜਾ ਖਾਸ ਟੌਪਿਕ ਆ। ਬਹੁਤ ਸਾਰੇ ਲੋਕਾਂ ਦੇ ਜਿਹੜਾ ਜ਼ਿਹਨ ਦੇ ਵਿੱਚ ਇਸ ਦਿਮਾਗ ਦੇ ਵਿੱਚ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਕਿ ਪਰਮੇਸ਼ਵਰ ਸਾਡੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਕੰਮ ਕਰਦਾ ਵਾ। ਪਰਮੇਸ਼ਵਰ ਸਾਡੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਕੰਮ ਕਰਦਾ ਵਾ। ਪਰਮੇਸ਼ਵਰ ਦੀਆਂ ਆਸ਼ੀਸ਼ਾਂ ਔਰ ਆਉਂਦੀਆਂ ਬਰਕਤਾਂ ਸਾਡੇ ਉੱਤੇ ਬਹੁਤ ਜ਼ਿਆਦੀਆਂ ਨੇ। ਹਰ ਰੋਜ਼ ਪਰਮੇਸ਼ਵਰ ਸਾਡੀਆਂ ਦੁਆਵਾਂ ਨੂੰ ਸੁਣਦਾ ਵਾ। ਫਿਰ ਵੀ ਮੈਂ ਦੁਖੀ ਕਿਉਂ ਹਾਂ? ਕੋਈ ਦੱਸ ਸਕਦਾ ਵੀ ਅਸੀਂ ਦੁਖੀ ਕਿਉਂ ਹਾਂ? ਹਾਂਜੀ ਭੈਣ ਜੀ, ਦੱਸਣਾ ਜੀ। ਨਹੀਂ ਦੱਸ ਸਕਦੇ? ਹਾਂਜੀ ਭਾਈ ਤਾਰਾ ਜੀ, ਕਿਉਂ ਅਸੀਂ ਦੁਖੀ ਹਾਂ? ਕਹਿੰਦੇ ਬਹੁਤ ਜਿਹੜਾ ਵਾਰ ਦੇਖਿਆ ਗਿਆ ਵਾ ਕਿ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਮੈਂ ਜਿਸ ਤਰ੍ਹਾਂ ਪਰਮੇਸ਼ਵਰ ਦੇ ਵਿੱਚ ਚੱਲਦਾ ਵਾਂ, ਪਰਮੇਸ਼ਵਰ ਦੇ ਅੱਗੇ ਦੁਆ ਕਰਦਾ ਤੇ ਮੇਰੀ ਦੁਆ ਵੀ ਤੁਰੰਤ ਹੀ ਸੁਣਦਾ ਵਾ। ਮੈਂ ਪਰਮੇਸ਼ਵਰ ਦੇ ਵਿੱਚ ਰਹਿਣਾ ਵਾ, ਉਹਦੀਆਂ ਬਰਕਤਾਂ ਵੀ ਮੇਰੇ ਉੱਤੇ ਰਹਿੰਦੀਆਂ ਨੇ। ਮੈਂ ਕਿਹਾ ਫਿਰ ਵੀ ਜਿਹੜਾ ਬਹੁਤ ਜ਼ਿਆਦਾ ਜਿਹੜਾ ਵਾ ਉਹ ਦੁਖੀ ਰਹਿਣਾ ਵਾ। ਅਸੀਂ ਕਾਰਨ ਲੱਭਦੇ ਹਾਂ, ਰੀਜ਼ਨ ਲੱਭਦੇ ਹਾਂ ਵੀ ਕੀ ਕਾਰਨ ਹੋ ਸਕਦਾ ਵਾ ਕਿ ਮੈਂ ਦੁਖੀ ਹਾਂ। ਸਾਨੂੰ ਕੁਛ ਸਮਝ ਨਹੀਂ ਆਉਂਦੀ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ। ਫਿਰ ਜਦੋਂ ਅਸੀਂ ਆਤਮਿਕ ਤੌਰ ਦੇ ਵਿੱਚ ਅਸੀਂ ਆਪਣੇ ਚਰਚ ਦੇ ਨਾਲ ਸੰਗਤੀ ਕਰਦੇ ਹਾਂ, ਚਰਚ ਦਾ ਮਤਲਬ ਕਲੀਸਿਆ, ਬਿਲਡਿੰਗ ਚਰਚ ਨਹੀਂ ਗੀ। ਜਦੋਂ ਅਸੀਂ ਆਪਣੀ ਕਲੀਸਿਆ ਦੇ ਨਾਲ ਸੰਗਤੀ ਕਰਦੇ ਹਾਂ, ਆਰਾਧਨਾਲਿਆਂ ਦੇ ਵਿੱਚ ਜਾ ਕੇ, ਇਹ ਬਿਲਡਿੰਗ ਜਿਹੜੀ ਆ ਆਰਾਧਨਾਲਿਆ ਵਾ, ਆਰਾਧਨਾਲਿਆਂ ਦੇ ਵਿੱਚ ਜਾ ਕੇ ਅਸੀਂ ਸਿੱਖਦੇ ਹਾਂ ਤੇ ਸਾਨੂੰ ਥੋੜਾ ਬਹੁਤਾ ਜਿਹੜਾ ਅੰਦਾਜ਼ਾ ਹੁੰਦਾ, ਥੋੜਾ ਬਹੁਤਾ ਸਾਨੂੰ ਅਹਿਸਾਸ ਹੁੰਦਾ ਵਾ ਕਿ ਮੇਰੇ ਵਿੱਚ ਕੋਈ ਨਾ ਕੋਈ ਕਮੀ ਆ ਜਿੰਦੀ ਵਜ੍ਹਾ ਤੋਂ ਮੈਂ ਪਰਮੇਸ਼ਵਰ ਤੋਂ ਥੋੜਾ ਜਿਹਾ ਦੂਰ ਹੋ ਰਿਹਾ ਵਾਂ। ਪਰਮੇਸ਼ਵਰ ਮੈਨੂੰ ਨਹੀਂ ਛੱਡਣਾ ਚਾਹੁੰਦਾ, ਪਰਮੇਸ਼ਵਰ ਸਾਨੂੰ ਨਹੀਂ ਛੱਡਣਾ ਚਾਹੁੰਦਾ। ਤਾਂ ਹੀ ਤਾਂ ਹਰ ਰੋਜ਼ ਸਾਡੀ ਜ਼ਿੰਦਗੀ 'ਚ ਕੰਮ ਕਰ ਰਿਹਾ ਵਾ, ਤਾਂ ਹੀ ਸਾਨੂੰ ਆਪਣੀਆਂ ਆਸ਼ੀਸ਼ਾਂ ਦੇ ਨਾਲ ਭਰਪੂਰ ਕਰ ਰਿਹਾ ਵਾ। ਪਰ ਅਸੀਂ ਕੀ ਆ? ਦੂਰ ਦੂਰ ਜਾ ਰਹੇ ਹਾਂ। ਅਸੀਂ ਇਹ ਕਹਿੰਦੇ ਕਿ ਪਰਮੇਸ਼ਵਰ ਨੂੰ ਸਾਡੀ ਜ਼ਰੂਰਤ ਹੈ, ਸਾਨੂੰ ਪਰਮੇਸ਼ਵਰ ਦੀ ਜ਼ਰੂਰਤ ਨਹੀਂ ਆ। ਅਸੀਂ ਦੂਰ ਦੂਰ ਜਾਂਦੇ ਆ, ਅੱਗੇ ਅੱਗੇ ਭੱਜਦੇ ਆ। ਪਰ ਅਸਲ ਦੇ ਵਿੱਚ ਵੇਖਿਆ ਜਾਵੇ ਤੇ ਜ਼ਰੂਰਤ ਕਿਹਨੂੰ ਆ? ਇਨਸਾਨ ਨੂੰ। ਤੇ ਅੱਜ ਅਸੀਂ ਪਰਮੇਸ਼ਵਰ ਦੇ ਵਿੱਚ ਵਧੀਆ ਚੱਲਦੇ ਆ, ਫਿਰ ਵੀ ਜਿਹੜੀ ਆ ਉਹ ਦੁਖੀ ਆ। ਪਵਿੱਤਰ ਸ਼ਾਸਤਰ ਜਿਹੜਾ ਵਾ ਪ੍ਰਕਾਸ਼ਿਤ ਵਾਕਿਆ ਦੀ ਕਿਤਾਬ 2 ਅਧਿਆਏ ਦਾ 5 ਵਚਨ ਪੜ੍ਹੀਏ। ਇਹਦੇ ਵਿੱਚ ਦੱਸਿਆ ਜਾਂਦਾ ਕਿ ਅਗਰ ਤੂੰ ਦੁਖੀ ਹੈ ਤੇ ਯਾਦ ਕਰ ਤੂੰ ਕਿੱਥੋਂ ਡਿੱਗਾ, ਚੇਤੇ ਕਰ ਤੇ ਆਪਣੇ ਪਹਿਲਾਂ ਵਰਗੇ ਕੰਮ ਕਰ। ਤੇ ਅਗਰ ਤੂੰ ਆਪਣਾ ਮਨ ਨਹੀਂ ਫਰਾਉਂਦਾ, ਪਛਤਾਪ ਨਹੀਂ ਕਰਦਾ, ਤੇ ਮੈਂ ਆਵਾਂਗਾ ਤੇ ਤੈਨੂੰ ਤੇਰੀ ਦੀਵਟ ਤੋਂ ਹਟਾ ਦਾਂਗਾ। ਅਸੀਂ ਇਹ ਯਾਦ ਕਰਨਾ ਵਾ ਕਿ ਕਿਸ ਜਗ੍ਹਾ ਤੇ ਸਾਡੇ ਕੋਲੋਂ ਕਮੀ ਹੋਈ ਆ, ਕਿਸ ਜਗ੍ਹਾ ਤੇ ਜਿਹੜਾ ਅਸੀਂ ਗਲਤ ਮੁੜੇ ਸੀ ਤੇ ਉਸ ਸਾਨੂੰ ਯਾਦ ਨਹੀਂ ਆ ਰਿਹਾ ਤੇ ਅਸੀਂ ਕੀ ਆ? ਪਛਤਾਪ ਨਹੀਂ ਕਰਦੇ। ਪਛਤਾਪ ਜਿਹੜਾ ਵਾ ਉਹ ਇੱਕ ਬੜੀ ਅਹਿਮ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਬੜੀ ਜ਼ਰੂਰਤ ਆ। ਪਛਤਾਪ ਦਾ ਮਤਲਬ ਹੁੰਦਾ ਵਾ ਸਾਨੂੰ ਪਤਾ ਲੱਗ ਗਿਆ ਵੀ ਆ ਸਾਡੀ ਗਲਤੀ ਆ ਤੇ ਉਸ ਨੂੰ ਮੰਨ ਲੈਣਾ ਵੀ ਵਾਕਈ ਮੈਂ ਗਲਤੀ ਕੀਤੀ ਆ ਤੇ ਉਹਨੂੰ ਛੱਡ ਦੇਣਾ। ਉਸ ਤੋਂ ਬਾਅਦ ਕਦੀ ਉਸ ਦੇ ਬਾਰੇ ਸੋਚਣਾ ਵੀ ਨਾ, ਉਹ ਪਛਤਾਪ ਹੁੰਦਾ ਵਾ। ਉਸ ਤੋਂ ਬਾਅਦ ਪਰਮੇਸ਼ਵਰ ਦੇ ਵਿੱਚ ਵੱਧਦੇ ਜਾਣਾ। ਅਸੀਂ ਗਲਤੀਆਂ ਕਰਦੇ ਆ ਪਰ ਪਛਤਾਪ ਨਹੀਂ ਕਰਦੇ। ਗਲਤੀਆਂ ਕਰਦੇ ਆ ਪਰ ਇਸ ਚੀਜ਼ ਨੂੰ ਕਬੂਲ ਨਹੀਂ ਕਰਦੇ ਅਸੀਂ ਵੀ ਮੈਂ ਗਲਤੀ ਕੀਤੀ ਆ। ਅਸੀਂ ਐਕਸਕਿਊਜ਼, ਬਹਾਨੇ ਜਿਹੜੇ ਕੱਢਦੇ ਆ। ਸਾਰਿਆਂ ਤੋਂ ਪਹਿਲੀ ਜਿਹੜੀ ਸਾਡੀ ਕਮੀ ਆ, ਜਿੰਦੇ ਕੋਲ ਪਰਮੇਸ਼ਵਰ ਦਾ ਵਚਨ ਆ, ਮੱਤੀ ਦੀ ਕਿਤਾਬ ਉਹਦਾ 6 ਅਧਿਆਏ ਉਹਦਾ 5 ਤੋਂ 7 ਵਚਨ ਜਿਹੜਾ ਵਾ ਪੜ੍ਹ ਸਕਦਾ ਵਾ, ਮਾਈਕ ਲੈ ਕੇ ਪੜ੍ਹ ਦੀजिए, ਬਹੁਤ ਅੱਛੀ ਬਾਤ ਹੈ। ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਪੜ੍ਹਦੇ ਆ, ਵੇਖਿਆ ਜਾਵੇ ਯਾਕੂਬ ਦੀ ਕਿਤਾਬ ਦੇ ਵਿੱਚ ਦੱਸਿਆ ਜਾਂਦਾ ਵਾ ਕਿ ਜਿਹੜਾ ਪਰਮੇਸ਼ਵਰ ਦਾ ਵਚਨ ਆ ਇੱਕ ਸ਼ੀਸ਼ੇ ਦੀ ਤਰ੍ਹਾਂ ਵਾ। ਜਿੰਨਾ ਚਿਰ ਤੇ ਅਸੀਂ ਸ਼ੀਸ਼ੇ ਦੇ ਅੱਗੇ ਰਹਿੰਦੇ ਆ, ਸਾਨੂੰ ਸਾਡੀਆਂ ਕਮੀਆਂ ਦਿਖਦੀਆਂ ਰਹਿੰਦੀਆਂ ਨੇ। ਜਦੋਂ ਅਸੀਂ ਸ਼ੀਸ਼ੇ ਤੋਂ ਪਿੱਛੇ ਹਟ ਜਾਂਦੇ ਆ ਤੇ ਤੁਰੰਤ ਹੀ ਆਪਣਾ ਚਿਹਰਾ ਭੁੱਲ ਜਾਂਦੇ ਆ। ਤੇ ਪਰਮੇਸ਼ਵਰ ਦਾ ਵਚਨ ਇੱਕ ਸ਼ੀਸ਼ੇ ਦੀ ਤਰ੍ਹਾਂ ਸਾਡੇ ਵਿੱਚੋਂ ਕਮੀਆਂ ਕੱਢਦੀ ਆ, ਸਾਡਾ ਅੰਦਰੂਨੀ ਕਮੀਆਂ ਕੱਢਦਾ ਜਿਹੜਾ ਪਰਮੇਸ਼ਵਰ ਦਾ ਵਚਨ ਆ। ਤੇ ਜਿਹੜਾ ਸ਼ੀਸ਼ਾ ਵਾ ਇਹ ਬਾਹਰੀ ਕਮੀਆਂ ਕੱਢਦਾ ਵਾ। ਤੇ ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਤੋਂ ਪਿੱਛੇ ਹਟ ਜਾਂਦੇ ਆ ਤਾਂ ਸਾਨੂੰ ਚੇਤਾ ਭੁੱਲ ਜਾਂਦਾ ਵੀ ਮੇਰੇ 'ਚ ਕੀ ਕਮੀ ਸੀ।
ਤੇ ਅੱਜ ਜਿਹੜੇ ਅਸੀਂ ਆਰਾਧਨਾਲय ਦੇ ਵਿੱਚ ਸਾਡੇ ਸਕੂਲ ਦੇ ਵਿੱਚ ਅੱਜ ਅਸੀਂ ਆਏ ਹਾਂ ਤੇ ਅਸੀਂ ਕਿਸ ਵਾਸਤੇ ਆਏ ਹਾਂ? ਸਾਡੀ ਕੀ ਕਮੀ ਆ, ਅਸੀਂ ਕਿਸ ਜਗ੍ਹਾ ਤੋਂ ਪਿੱਛੇ ਡਿੱਗੇ ਆ, ਸਾਨੂੰ ਨਹੀਂ ਯਾਦ ਆਉਂਦਾ। ਪਰ ਕਿਸੇ ਵੇਲੇ ਅਸੀਂ ਵਚਨ ਸੁਣਦੇ ਹਾਂ ਤਾਂ ਉਦੋਂ ਸਾਡੇ ਦਿਮਾਗ 'ਚ ਆਉਂਦਾ, ਹਾਂ ਆਹ ਕਮੀ ਸੀ ਮੇਰੇ 'ਚ, ਹੁਣ ਮੈਨੂੰ ਯਾਦ ਆਇਆ, ਮੈਨੂੰ ਤੇ ਚੇਤਾ ਨਹੀਂ ਸੀ ਆਉਂਦਿਆ। ਹੁਣ ਕੀ ਆ, ਮੈਂ ਇਸ ਕਮੀ ਨੂੰ ਪਰਮੇਸ਼ਵਰ ਦੇ ਅੱਗੇ ਕਬੂਲ ਕਰਾਂਗਾ। ਲੋਕਾਂ ਨੂੰ ਨਹੀਂ ਦੱਸਣਾ, ਪਰਮੇਸ਼ਵਰ ਜਾਣਦਾ ਵਾ, ਪਰ ਉਹਨੂੰ ਪਰਮੇਸ਼ਵਰ ਦੇ ਅੱਗੇ ਕਬੂਲ ਕਰਨਾ ਪੈਣਾ ਵਾ। ਆਪਣੀ ਦੁਆ ਕਰੋ, ਪ੍ਰਭੂ ਵਾਕਈ ਮੇਰੇ 'ਚ ਇਹ ਕਮੀ ਸੀ ਤੇ ਤੂੰ ਇਸ ਕਮੀ ਨੂੰ ਦੂਰ ਕਰ। ਮੈਂ ਅੱਜ ਤੋਂ ਬਾਅਦ ਇਹ ਗਲਤੀ ਨਹੀਂ ਕਰਾਂਗਾ, ਮੈਂ ਅੱਜ ਤੋਂ ਬਾਅਦ ਇੱਥੋਂ ਨਹੀਂ ਡਿੱਗਾਂਗਾ, ਮੈਂ ਅੱਜ ਤੋਂ ਬਾਅਦ ਇੱਥੋਂ ਨਹੀਂ ਮੁੜਾਂਗਾ। ਇਹ ਮੇਰੇ 'ਚ ਕਮੀ ਹੈ। ਇੱਕ ਪਛਤਾਪ ਕਰੋ ਉਸ ਚੀਜ਼ ਦਾ। ਮੱਤੀ ਦੀ ਕਿਤਾਬ 6 ਅਧਿਆਏ ਉਹਦਾ 5 ਤੋਂ 7 ਵਚਨ ਜਿਹਨੂੰ ਮਿਲ ਗਿਆ ਮਾਈਕ ਦੇ ਵਿੱਚ ਪੜ੍ਹ ਦीजिए। जब तू प्रार्थना करे तो कपटियों के समान ना होना। ਜਦੋਂ ਤੂੰ ਪ੍ਰਾਰਥਨਾ ਕਰੇ ਤੇ ਧੋਖੇਬਾਜ਼ਾਂ ਦੇ ਵਾਂਗੂ ਨਹੀਂ ਕਰਨੀ। ਧੋਖੇਬਾਜ਼ਾਂ ਵਾਂਗੂ ਪ੍ਰਾਰਥਨਾ ਨਹੀਂ ਕਰਨੀ। ਧੋਖੇਬਾਜ਼ਾਂ ਵਾਂਗੂ ਨਹੀਂ ਬਣਨਾ ਸੀ ਜਦੋਂ ਅਸੀਂ ਪ੍ਰਾਰਥਨਾ ਕਰਨੀ ਆ। ਧੋਖੇਬਾਜ਼ ਕਿਵੇਂ ਪ੍ਰਾਰਥਨਾ ਕਰਦੇ ਆ? ਸਿਰਫ ਆਪਣੇ ਮਤਲਬ ਵਾਸਤੇ, ਆਪਣੇ ਮਤਲਬ ਵਾਸਤੇ। ਅਗਰ ਮੈਨੂੰ ਸਵਾਰਥ ਆ ਤੇ ਮੈਂ ਜਾਊਂਗਾ, ਅਗਰ ਮੈਨੂੰ ਸਵਾਰਥ ਨਹੀਂ ਆ ਤੇ ਮੈਂ ਨਹੀਂ ਜਾਵਾਂਗਾ। ਇਸ ਤਰੀਕੇ ਦੇ ਨਾਲ ਸਾਡੀ ਪ੍ਰਾਰਥਨਾ ਜਿਹੜੀ ਆ नहीं होनी चाहिए। हाँ जी, क्योंकि लोगों को दिखाने के लिए आराधनालयों में और सड़कों के मोड़ों पर खड़े होकर प्रार्थना करना। ते धोखेबाज किवें प्रार्थना करते आ? जिथे प्रार्थना सभा होंदी है उच्ची उच्ची प्रार्थनावां करते हैं आराधनालयों दे विच, सड़कां दे उत्ते, मोड़ां दे उत्ते खलो खलो के उच्ची उच्ची प्रार्थना करते आ। क्यों उच्ची उच्ची प्रार्थना करते आ? भी लोग उन्होंने वेखण भी वाह जी वाह कितना धर्मी आदमी आ जिहड़ा कि उच्ची उच्ची प्रार्थना कर रहा वा। 10 लोग वेखण उन्होंने, वध तो वध लोग वेखण। ते लोग जिहड़े आ कपटी लोग आ, जिहड़े धोखेबाज लोग आ, वो इस तरह प्रार्थना करते हैं भी लोग मैनू वेखण भी मैं प्रार्थना करन दिया वां। लोग आखण कितना धर्मी आदमी आ, कितना रब दे नाल जुड़िया होया वा। ये लोग आखण लोगों को विखाउंदे करके, परमेश्वर को विखाउंदे करके नहीं प्रार्थना करता कपटी। जरा धोखेबाज आदमी आ परमेश्वर को विखाउंदे लई प्रार्थना नहीं करता, वो अपने आप को धोखा दिंदा वा, किसी दूसरे को नहीं दिंदा। वो बड़ी उच्ची उच्ची प्रार्थना करता वा तो लोग कहते वाकई असल च प्रार्थना ही ये कर रहा वा, वेख कितना जोर ला रहा वा, बड़ा धर्मी आदमी आ, ये बड़ा परमेश्वर दे विच आ। पर असीं की आ, असीं अपना धार्मिक जीवन जड़ा वा किसी आदमी को नहीं दिखाना। असीं अपना धार्मिक जीवन जड़ा वा वो परमेश्वर को विखाउणा वा। जिहदे नाल जड़ा असीं परमेश्वर को अपना धार्मिक जीवन विखावांगे, परमेश्वर सानूं दा फल देगा। जिन्हां लोकां ने धोखे की तरह प्रार्थना की, एक मतलब की तरह प्रार्थना की, तो बाइबल दे विच अगे पढ़िए तो लिखा वा कि वो लोग अपना प्रतिफल पा चुके हैं, हर एक फल पा चुके हैं वो अपना। पढ़ दीजिए। उनको अच्छा लगता है। हाँ जी, तुमसे सच कहता हूँ कि वे अपना प्रतिफल पा चुके हैं। मैं तुहानू सच सच दसदा हां कि वो अपना हर एक फल जड़ा वा इहो जिहियां प्रार्थनावां दा पा चुके ने। ते असीं जिद्दां भी प्रार्थना करनी आ ते कपटियां दे वांगू नहीं करनी, सिर्फ अपने मतलब नूं प्रार्थना नहीं करनी असीं। हाँ जी, अगे बढ़िए। फिर किवें प्रार्थना करनी चाहिए सानू? परंतु जब तू प्रार्थना करे तो अपनी कोठी में जा। पर जदों तू प्रार्थना करे, किवें प्रार्थना करनी चाहिए? जदों तू प्रार्थना करे ते अपनी कोठड़ी दे विच जा और द्वार बंद कर, और अपना दरवाजा बंद कर ते अपने पिता से जो गुप्त में है, तेरा पिता जड़ा गुप्त दे विच आ, प्रार्थना कर। प्रार्थना कर अपने पिता परमेश्वर दे के दुआ कर। वो बोला नहीं आ, उनके कंन भारे नहीं गए कि असीं उच्ची उच्ची दुआवां करांगे तो फिर ही सुनेगा। असीं मन दे विच भी बिना अपने बुੱਧ हिलाए अगर असीं प्रार्थना करते हैं तो परमेश्वर वो भी साडी प्रार्थना का जवाब दिंदा वा। जरूरी नहीं गा कि असीं जिहड़ा 10 जाणिਆਂ ਨੂੰ सुनावांगे तो फिर ही साडी प्रार्थना सुनी जाएगी। हाँ जी, तब तेरा पिता जो गुप्त में देखता है, हाँ जी, तुझे प्रतिफल देगा। फिर तेरा पिता जड़ा तेनू गुप्त दे विच वेखदा वा और तेनू की करेगा? तेनू तेरा हर एक फल उदों ही देगा।
ਤੇ ਅਸੀਂ ਲੋਕਾਂ ਨੂੰ ਵਿਖਾਉਣ ਵਾਸਤੇ ਪ੍ਰਾਰਥਨਾ ਨਹੀਂ ਕਰਨੀ। ਮੈਨੂੰ ਇੱਕ ਭਾਈ ਕਹਿ ਰਿਹਾ, ਭਾਜੀ ਮੈਂ ਕਈ ਵਾਰੀ ਨਹਾਉਂਦਾ ਜਿਹੜਾ ਪ੍ਰਾਰਥਨਾ ਕਰਦਾ ਵਾਂ ਤੇ ਤੀਸਰੇ ਚੌਥੇ ਘਰ ਤੱਕ ਜਿਹੜੀ ਆ ਆਵਾਜ਼ ਜਾਂਦੀ ਆ, ਮੇਰੇ ਪ੍ਰਭੂ ਦੇ ਭਜਨ ਬੋਲਦਾ ਮੈਂ। ਤੇ ਜਦੋਂ ਪ੍ਰਭੂ ਦੇ ਭਜਨ ਬੋਲਦਾ ਵਾਂ ਤੇ ਲੋਕੀ ਕਹਿੰਦੇ ਆ ਵੀ ਵਾਹ ਕਿੱਡਾ ਬੜਾ ਧਰਮੀ ਬੰਦਾ ਵਾ। ਮੈਂ ਉਹਦੀ ਦੁਕਾਨ ਤੇ ਬੈਠਾ ਹੁੰਦਾ ਵਾਂ, 5ਵੀਂ 6ਵੀਂ ਦੁਕਾਨ ਤੱਕ ਆਵਾਜ਼ ਜਾਂਦੀ ਆ ਤੇ ਲੋਕੀ ਕਹਿੰਦੇ ਨੇ ਵੀ ਵਾਕਈ ਬੜਾ ਧਰਮੀ ਆਦਮੀ ਆ। ਉਹ ਮੇਰੇ ਕੋਲ ਆਣ ਕੇ ਗੱਲਾਂ ਕਰਦੇ ਆ, ਮੈਨੂੰ ਦੱਸਦੇ ਕਿ ਤੂੰ ਬੜੀ ਬੰਦਗੀ ਕਰਦਾ ਵਾ। ਫਿਰ ਮੈਂ ਉਹਨੂੰ ਦੱਸਿਆ, ਭਾਈ ਪ੍ਰਾਰਥਨਾ ਇਸ ਤਰ੍ਹਾਂ ਨਹੀਂ ਕਰਨੀ ਚਾਹੀਦੀ, ਲੋਕਾਂ ਨੂੰ ਨਹੀਂ ਦਿਖਾਉਣਾ ਸੀ। ਫਿਰ ਇਹ ਵਚਨ ਪੜਾਇਆ ਸਾਨੂੰ ਕੀਆ ਬੜੇ ਆਪਣੇ ਹੋਸ਼ ਦੇ ਵਿੱਚ ਰਹਿ ਕੇ ਪ੍ਰਾਰਥਨਾ ਕਰਨੀ ਚਾਹੀਦੀ ਆ। ਜਦੋਂ ਅਸੀਂ ਪ੍ਰਾਰਥਨਾ ਕਰਨੀ ਆ ਸਾਡਾ ਆਪਾ ਨਾ ਖੋ ਜਾਵੇ। ਜਿਵੇਂ ਬਹੁਤ ਸਾਰੇ ਲੋਕ ਉਹ ਇਹ ਭੁੱਲ ਜਾਂਦੇ ਕਿ ਮੈਂ ਬੈਠਾ ਕਿੱਥੇ ਆ, ਮੈਂ ਹੈ ਕੌਣ ਆ, ਮੈਂ ਕੀ ਕਰ ਰਿਹਾ ਵਾਂ, ਕੁਛ ਸਮਝ ਨਹੀਂ ਆਉਂਦੀ ਕੀ ਕੁਛ ਬੋਲੀ ਜਾਂਦੇ ਆ। ਹਾਂਜੀ ਪੜ੍ਹੀਏ। प्रार्थना करते समय अन्य जातियों के समान बकबक ना करो। ਜਦੋਂ ਤੂੰ ਪ੍ਰਾਰਥਨਾ ਕਰੇ ਤੇ ਦੂਸਰੀ ਜਾਤੀਆਂ ਦੇ ਵਾਂਗੂ, ਗੈਰ ਜਾਤੀਆਂ ਦੇ ਵਾਂਗੂ ਬਕ ਨਾ ਕਰੋ। ਹਾਂਜੀ, क्योंकि वे समझते हैं कि उनके बहुत बोलने से उनकी सुनी जाएगी। ਕਿਉਂਕਿ ਉਹ ਇਹ ਸੋਚਦੇ ਆ ਕਿ ਉਹਨਾਂ ਦੇ ਜ਼ਿਆਦਾ ਬੋਲਣ ਦੇ ਨਾਲ ਉਹਨਾਂ ਦੀ ਜਲਦੀ ਸੁਣੀ ਜਾਏਗੀ। ਬਕ ਕਰਨ ਦਾ ਕੀ ਮਤਲਬ ਆ? ਬਕ ਕਰਨ ਦਾ ਮਤਲਬ ਇਹ ਆ, ਜਦੋਂ ਅਸੀਂ ਆਪਣੇ ਘਰੇ ਆਪਣੇ ਪਰਿਵਾਰ ਦੇ ਨਾਲ ਗੱਲ ਕਰਦੇ ਆ ਉਦੋਂ ਤੇ ਅਸੀਂ ਬਿਨਾਂ ਸੋਚੇ ਸਮਝੇ ਜੋ ਮੂੰਹ ਚ ਆਉਂਦਾ ਉਹ ਬੋਲ ਦਿੰਦੇ ਆ। ਜਦੋਂ ਅਸੀਂ ਆਪਣੇ ਪੜੋਸੀ ਦੇ ਨਾਲ ਗੱਲ ਕਰਦੇ ਆ ਥੋੜੇ ਜਿਹੇ ਸਾਡੇ ਸ਼ਬਦਾਂ ਦੇ ਵਿੱਚ ਜਿਹੜੀ ਕਰੈਕਸ਼ਨ ਹੋ ਜਾਂਦੀ ਆ, ਫਿਰ ਅਸੀਂ ਥੋੜੇ ਜਿਹੇ ਸ਼ਬਦ ਜਿਹੜੇ ਆ ਸੋਚ ਵਿਚਾਰ ਕੇ ਬੋਲਦੇ ਆ। ਫਿਰ ਜਦੋਂ ਅਸੀਂ ਪਿੰਡ ਦੇ ਮੈਂਬਰ ਦੇ ਨਾਲ ਗੱਲ ਕਰਨੀ ਹੁੰਦੀ ਆ ਸਾਡੇ ਸ਼ਬਦਾਂ ਦੇ ਵਿੱਚ ਹੋਰ ਜ਼ਿਆਦਾ ਕਰੈਕਸ਼ਨ ਹੋ ਜਾਂਦੀ ਆ, ਹੋਰ ਕਮੀਆਂ ਸਾਡੇ ਸ਼ਬਦਾਂ ਤੋਂ ਨਿਕਲ ਜਾਂਦੀਆਂ ਤੇ ਥੋੜਾ ਲਿਮਿਟਿਡ ਦੇ ਵਿੱਚ ਬੋਲਣ ਲੱਗ ਪੈਂਦੇ ਆ। ਫਿਰ ਸਰਪੰਚ ਨਾਲ ਗੱਲ ਕਰਦੇ ਆ ਤੇ ਹੋਰ ਕਰੈਕਸ਼ਨ ਹੋ ਜਾਂਦੀ ਆ, ਹੋਰ ਸੋਚ ਸਮਝ ਕੇ ਬੋਲਦੇ ਆ। ਪਰ ਜਦੋਂ ਪਰਮੇਸ਼ਵਰ ਦੇ ਨਾਲ ਅਸੀਂ ਗੱਲ ਕਰਦੇ ਆ ਉਦੋਂ ਸਾਡੇ ਸ਼ਬਦ ਹੇਰ-ਫੇਰ ਹੋ ਜਾਂਦੇ ਆ। ਉਦੋਂ ਹੀ ਸੋਚਦੇ ਕਿਸੇ ਆਮ ਆਦਮੀ ਨਾਲ ਗੱਲ ਕਰ ਰਹੇ ਆ, ਸਾਨੂੰ ਸਮਝ ਨਹੀਂ ਆਉਂਦੀ ਕੀ ਬੋਲੀ ਜਾਂਦੇ ਅਸੀਂ। ਇਸ ਵਚਨ ਦਾ ਮਤਲਬ ਆ ਕਿ ਤੂੰ ਬਕ ਨਾ ਕਰ, ਬਿਨਾਂ ਮਤਲਬ ਦੇ ਫालतू ਨਾ ਬੋਲੀ ਜਾ। ਜਦੋਂ ਤੂੰ ਪ੍ਰਾਰਥਨਾ ਕਰੇ ਤੇਰੇ ਸ਼ਬਦ ਜਿਹੜੇ ਆ ਬੜੇ ਪ੍ਰਭਾਵਸ਼ਾਲੀ ਹੋਣੇ ਚਾਹੀਦੇ ਆ ਤੇ ਥੋੜੇ ਸ਼ਬਦ ਹੋਣੇ ਚਾਹੀਦੇ ਆ। ਵਚਨ ਦੇ ਵਿੱਚ ਦੱਸਿਆ ਜਾਂਦਾ ਵਾ ਕਿ ਤੂੰ ਪਰਮੇਸ਼ਵਰ ਦੇ ਅੱਗੇ ਜ਼ਿਆਦਾ ਨਾ ਬੋਲ, ਤੇਰੇ ਮੂੰਹ ਦੇ ਵਿੱਚੋਂ ਨਿਕਲੀ ਇੱਕ ਗੱਲ ਦੇ ਅਨੁਸਾਰ ਤੇਰਾ ਕੀਆ ਨਿਆਂ ਹੋਣਾ ਵਾ। ਸਾਡੇ ਸ਼ਬਦ ਜਦੋਂ ਅਸੀਂ ਪ੍ਰਾਰਥਨਾ ਕਰੀਏ ਤੇ ਬੜੇ ਲਿਮਿਟਿਡ ਸ਼ਬਦ ਹੋਣੇ ਚਾਹੀਦੇ ਆ, ਸਾਡੇ ਥੋੜੇ ਸ਼ਬਦ ਹੋਣੇ ਚਾਹੀਦੇ ਆ, ਪ੍ਰਭਾਵਸ਼ਾਲੀ ਸ਼ਬਦ ਹੋਣੇ ਚਾਹੀਦੇ ਆ। ਹੁਣ ਤੁਸੀਂ ਵੇਖਿਆ ਨਾ ਵਾ ਜਦੋਂ ਕੋਈ ਬਿਮਾਰ ਆਦਮੀ ਹੁੰਦਾ ਵਾ ਤੇ ਉਹਦੇ ਵਾਸਤੇ ਪ੍ਰਾਰਥਨਾ ਕੀਤੀ ਜਾਂਦੀ ਆ ਤੇ ਕੀ 3-3 ਘੰਟੇ ਪ੍ਰਾਰਥਨਾ ਕੀਤੀ ਜਾਂਦੀ ਆ ਫੋਨ ਦੇ ਉੱਤੇ? ਨਹੀਂ, ਸਿਰਫ 2 ਜਾਂ 1.5 ਮਿੰਟ ਦੀ ਪ੍ਰਾਰਥਨਾ ਹੁੰਦੀ ਆ। ਉਸੇ ਦੇ ਨਾਲ ਹੀ ਪਰਮੇਸ਼ਵਰ ਤੁਰੰਤ ਹੀ ਜਵਾਬ ਦੇ ਦਿੰਦਾ ਵਾ। ਹਾਂਜੀ ਭਾਈ ਕਾਲਾ ਜੀ, ਕਿੰਨਾ ਚਿਰ ਪ੍ਰਾਰਥਨਾ ਕੀਤੀ ਸੀ? 2-3 ਮਿੰਟ ਹੀ। ਅਗਰ ਸਾਡੀ ਕਾਲ ਰਿਕਾਰਡ ਵੇਖੋਗੇ ਤੇ ਸਿਰਫ 2 ਜਾਂ 3 ਮਿੰਟ ਦੀ ਪੂਰੀ ਕਾਲ ਹੀ ਹੋਏਗੀ, ਜਿੰਦੇ ਵਿੱਚ ਅਸੀਂ ਸਲਾਮ ਦੁਆ ਵੀ ਕੀਤਾ, ਹਾਲ ਚਾਲ ਵੀ ਪੁੱਛਿਆ, ਉਸ ਤੋਂ ਬਾਅਦ ਪ੍ਰਾਰਥਨਾ ਵੀ ਕੀਤੀ, ਬੱਚਿਆਂ ਦਾ ਵੀ ਪੁੱਛਿਆ। ਤੇ ਸਾਡੇ ਕੀ ਹੈ ਸ਼ਬਦਾਂ ਦੇ ਵਿੱਚ ਪ੍ਰਭਾਵ ਹੋਣਾ ਚਾਹੀਦਾ ਵਾ। ਉਹ ਕਹਿੰਦੇ ਨਾ ਗਾਗਰ ਮੈਂ ਸਾਗਰ ਭਰਨਾ। ਸਾਡੇ ਸ਼ਬਦ ਥੋੜੇ ਤੇ ਮਤਲਬ ਵੱਡਾ ਹੋਣਾ ਚਾਹੀਦਾ ਵਾ। ਇਹ ਨਹੀਂ ਆ ਕਿ ਬਸ ਪਟੇ ਤੇ ਚੜ ਜਾਓ ਤੇ ਹੋ ਜਾਓ ਸ਼ੁਰੂ। ਫਿਰ ਹੈ ਨਾ ਇਸ ਤਰ੍ਹਾਂ ਪ੍ਰਾਰਥਨਾ ਜਦੋਂ ਅਸੀਂ ਕਰਦੇ ਆ ਤੇ ਉਹ ਨਹੀਂ ਸੁਣੀ ਜਾਂਦੀ, ਉਹ ਪ੍ਰਾਰਥਨਾ ਦਾ ਸਾਨੂੰ ਫਲ ਵੀ ਨਹੀਂ ਮਿਲਦਾ। ਹਾਂਜੀ, ਹੁਣ ਦੂਸਰਾ ਕਾਰਨ ਹੈ ਸਾਡੇ ਵਿਸ਼ਵਾਸ ਦੇ ਵਿੱਚ ਬਹੁਤ ਜ਼ਿਆਦਾ ਕਮੀ ਆ, ਬਹੁਤ ਜ਼ਿਆਦਾ ਕਮੀ ਆ ਸਾਡੇ ਵਿਸ਼ਵਾਸ ਦੇ ਵਿੱਚ। ਮੱਤੀ ਦੀ ਕਿਤਾਬ 17 ਅਧਿਆਏ ਇਹਦਾ 20 ਵਚਨ ਪੜ੍ਹਦੇ ਆ ਤੇ ਸਾਨੂੰ ਦੱਸਿਆ ਜਾਂਦਾ ਵਾ ਕਿ ਸਾਡਾ ਵਿਸ਼ਵਾਸ ਕਿੰਨਾ ਗਿਆ। ਸਾਡੇ ਵਿਸ਼ਵਾਸ ਦਾ ਵਜਨ ਦੱਸਿਆ ਜਾਂਦਾ ਵੀ ਤੁਹਾਡਾ ਵਿਸ਼ਵਾਸ ਦਾ ਵਜਨ ਕਿੰਨਾ ਗਿਆ, ਕਿੰਨਾ ਕੁ ਹੋ ਸਕਦਾ ਸਾਡਾ ਵਿਸ਼ਵਾਸ। ਹਾਂਜੀ, ਮੱਤੀ ਦੀ ਕਿਤਾਬ 17 ਅਧਿਆਏ ਉਹਦਾ 20 ਵਚਨ। उसने उनसे कहा, प्रभु यीशु मसीह ने उन्होंने आख्या अपने विश्वास की घटी के कारण, हाँ जी, क्योंकि मैं तो उसे सच कहता हूँ, कहंदा तुहाडे विश्वास की घटी दे कारण मैं तुहानू सच सच कहना वा, यदि तुम्हारा
तुम्हारा विश्वास राई के दाने के बराबर भी हो, अगर ਤੁਹਾਡਾ ਵਿਸ਼ਵਾਸ ਰਾਈ ਦੇ ਦਾਣੇ ਦੇ ਬਰਾਬਰ ਵੀ ਹੋਵੇ। ਰਾਈ ਦਾ ਦਾਣਾ ਕਿੱਡਾ ਕੁ ਹੁੰਦਾ ਵਾ? ਸਰੋਂ ਦੇ ਦਾਣੇ ਤੋਂ ਵੀ ਛੋਟਾ ਹੁੰਦਾ ਹੈ ਨਾ। ਰਾਈ ਦਾ ਦਾਣਾ ਸਰੋਂ ਦੇ ਦਾਣੇ ਤੋਂ ਵੀ ਛੋਟਾ ਹੁੰਦਾ ਵਾ। ਅਗਰ ਸਾਡਾ ਵਿਸ਼ਵਾਸ ਰਾਈ ਦੇ ਦਾਣੇ ਬਰਾਬਰ ਵੀ ਹੋਵੇ ਨਾ, ਹਾਂਜੀ, तो इस पहाड़ से कह सको, ਤੇ ਇਸ ਪਹਾੜ ਨੂੰ ਕਹਿ ਸਕਦੇ ਹੋ ਵੀ ਇੱਥੋਂ ਸਰਕ ਕੇ ਸਮੁੰਦਰ ਦੇ ਵਿੱਚ ਜਾ ਪਏ। ਤੇ ਉਹ ਪਹਾੜ ਕਿਹੜਾ ਵਾ? ਇਹ ਦੁੱਖਾਂ ਬਿਮਾਰੀਆਂ ਦਾ ਪਹਾੜ ਜਿਹੜਾ ਵਾ ਜ਼ਿਕਰ ਕੀਤਾ ਗਿਆ ਵੀ ਕਿੰਨਾ ਵੀ ਤਗੜਾ ਦੁੱਖ ਹੋਵੇ ਤੂੰ ਉਹਨੂੰ ਕਿ ਉੱਠ ਕੇ ਸਮੁੰਦਰ ਤੇ ਜਾ ਪਏ ਤੇ ਉਹ ਚਲਾ ਜਾਏਗਾ। ਅਗਰ ਸਾਡੇ 'ਚ ਰਾਈ ਦੇ ਦਾਣੇ ਦਾ ਵਿਸ਼ਵਾਸ ਆ। ਹੁਣ ਵੇਖਿਆ ਜਾਵੇ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਜਿਹੜਾ ਰਾਈ ਦੇ ਦਾਣੇ ਤੋਂ ਕਿਤੇ ਵੱਡਾ ਹੁੰਦਾ ਸੀ। ਲੋਕਾਂ ਦਾ ਵਿਸ਼ਵਾਸ, ਕਿਉਂਕਿ ਵੇਖਿਆ ਜਾਵੇ मूसा ने एक टांगा मारे विश्वास करके ते तुरंत ही पानी जरा अद्धा इधर ते अद्धा उधर हो गया। यहोशू ने जो छड़ी मारी यरदन नदी दे विच पानी अद्धा इधर ते पानी अद्धा उधर हो गया। एलिया नबी ने प्रार्थना की थी ते तुरंत ही कम हो गया। एलीशा ने प्रार्थना की थी ते तुरंत ही परमेश्वर ने अपना रहम किया उत्ते। मतलब उस समय जड़ा वा लोकां दा विश्वास जड़ा वा बहुत वड्डा हुंदा सी। राई दे दाने नालों किते वड्डा हुंदा सी विश्वास। ते प्रभु यीशु मसीह तक आउंदे विश्वास घटदियां राई दे दाने तो भी छोटा विश्वास हो गया। ते प्रभु यीशु मसीह नूं पता सी मेरे मर के जिंदा होकर स्वर्ग जाण तो बाद विश्वास इन्हां दा होर ज्यादा कमजोर हो जाएगा। उन्हें कहा कि अगर तेरे अंदर राई दे दाने जिन्ना विश्वास होवे ते तू इस मुसीबत नूं कहेगा उठ के तुर जा ते ओ तुर जाएगी। साडे विश्वास दे विच बहुत ज्यादा कमियां। हुण असीं देखदे हां कितना वड्डा विश्वास हुंदा सी उस समय। प्रभु यीशु मसीह तो पहला कितना वड्डा विश्वास हुंदा है साडा। पहला राजा उनकी 18 अध्याय उनका 42 तो 44 वचन पढ़ दीजिए। कितना विश्वास हुंदा सी। तब अहाब खाने पीने चला गया, फिर जरा राजा अहाब सी खान पीन वास्ते चला गया और एलिया कर्मेल की चोटी पर चढ़ गया। ते ਜਦੋਂ ਉਹ ਖਾਣ ਪੀਣ ਵਾਸਤੇ ਚਲਾ ਗਿਆ ਤੇ ਏਲੀਆ ਜਿਹੜਾ ਵਾ ਉਹ ਕਰਨੇਲੀਅਸ ਦੀ ਚੋਟੀ ਦੇ ਉੱਤੇ ਚੜ ਗਿਆ। ਹਾਂਜੀ, ਕੀ ਕੀਤਾ ਉਹਨੇ? और भूमि पर गिर कर अपना मुंह घुटनों के बीच में किया। और जमीन ਦੇ ਉੱਤੇ ਡਿੱਗ ਪਿਆ ਤੇ ਆਪਣਾ ਮੂੰਹ ਆਪਣੇ ਗੋਡਿਆਂ ਦੇ ਵਿੱਚ ਲੈ ਲਿਆ। और उसने अपने सेवक से कहा, और ਉਹਨੇ ਆਪਣੇ ਸੇਵਕ ਨੂੰ ਆਖਿਆ चढ़कर समुद्र की ओर दृष्टि करके देख। ਚੜ ਕੇ ਸਮੁੰਦਰ ਦੀ ਵੱਲ ਨਿਗਾਹ ਮਾਰ ਕੇ ਵੇਖ। तब उसने चढ़कर देखा और लौट कर कहा, ਫਿਰ ਜਦੋਂ ਉਹਨੇ ਚੜ ਕੇ ਵੇਖਿਆ ਤੇ ਪਿੱਛੇ ਮੁੜ ਕੇ ਕੀ ਆਖਿਆ? कुछ नहीं दिखा। ਕੁਛ ਨਹੀਂ ਵਿਖਿਆ। ਹੁਣ ਇੱਥੇ ਸਾਰਿਆਂ ਤੋਂ ਪਹਿਲੀ ਗੱਲ ਕੀ ਆ? ਏਲੀਆ ਨੇ ਜਿਹੜੀ ਪ੍ਰਾਰਥਨਾ ਕੀਤੀ ਬੜਾ ਸ਼ਾਂਤ ਹੋ ਕੇ ਪ੍ਰਾਰਥਨਾ ਕੀਤੀ, ਆਪਣੇ ਮਨ ਦੇ ਵਿੱਚ ਪ੍ਰਾਰਥਨਾ ਕੀਤੀ। ਉਹਨੇ ਘੁਟਨੇ ਟੇਕ ਕੇ ਸਿਰਫ ਇੱਕ ਵਾਰੀ ਪ੍ਰਾਰਥਨਾ ਕੀਤੀ, ਸਿਰਫ ਇੱਕ ਵਾਰੀ। ਤੇ ਵਿਸ਼ਵਾਸ ਕਿੰਨੀ ਵਾਰੀ ਕੀਤਾ? ਪੜ੍ਹੀਏ ਅੱਗੇ। एलिया ने कहा, ਹਾਂਜੀ, फिर 7 बार जा। ਫਿਰ ਕੀ ਕਰ? 7 ਵਾਰੀ ਜਾ। ਹਾਂਜੀ, 7वीं बार उसने कहा, 7ਵੀਂ ਵਾਰ ਜਦੋਂ ਉਹਦਾ ਸੇਵਕ ਸੀ ਜਿਹੜਾ ਉਸ ਪਹਾੜੀ ਦੇ ਉੱਤੇ ਦੁਬਾਰੀ ਆਇਆ। देख समुद्र में से मनुष्य का हाथ सा एक छोटा बादल उठ रहा है। ਆਦਮੀ ਦੇ ਹੱਥ ਵਰਗਾ ਬੱਦਲ ਸਮੁੰਦਰ ਦੇ ਵਿੱਚ ਦੀ ਉੱਠ ਰਿਹਾ ਵਾ। ਹੁਣ ਵੇਖਿਆ ਜਾਵੇ ਇਹਨੇ ਇੱਕ ਵਾਰੀ ਪ੍ਰਾਰਥਨਾ ਕੀਤੀ ਤੇ 7 ਵਾਰੀ ਵਿਸ਼ਵਾਸ ਕੀਤਾ। ਅਗਰ ਸਾਨੂੰ ਕੋਈ ਕਹੇ ਵੀ ਜਾ ਤੂੰ ਉਸ ਪਹਾੜੀ ਦੇ ਉੱਤੇ ਚੜ ਕੇ ਆ, ਫਿਰ ਮੈਨੂੰ ਦੱਸ, ਫਿਰ ਜਾ, ਫਿਰ ਆ ਕੇ ਮੈਨੂੰ ਦੱਸ, 7 ਵਾਰੀ ਇਤਾਂ ਕਰ, ਅਸੀਂ 3 ਵਾਰੀ ਜੀ ਕਹਿ ਦਾਂਗੇ ਹੁਣ ਨਹੀਂ ਜਾਇਆ ਜਾਂਦਾ ਭਰਾਵਾ, ਆਪੇ ਜਾ। ਅਸੀਂ ਇਹ ਜਵਾਬ ਦੇ ਦਾਂਗੇ। ਪਰ ਉਹਨੇ ਕੀ 7 ਵਾਰੀ ਉਸ ਪਹਾੜੀ ਦੇ ਉੱਤੇ ਚੜਿਆ, ਉਹਨੂੰ ਦੱਸਿਆ, ਫਿਰ ਗਿਆ ਉਹਨੂੰ ਦੱਸਿਆ। ਪਰ ਜਦੋਂ 7ਵੀਂ ਵਾਰੀ ਗਿਆ ਤੇ ਉਹਨੇ ਵੇਖਿਆ ਕਿ ਇੱਕ ਹੱਥ ਜਿਹੜਾ ਵਾ ਆਦਮੀ ਦੇ ਹੱਥ ਦੇ ਆਕਾਰ ਦਾ ਜਿਹੜਾ ਹੱਥ ਆ ਉਹ ਸਮੁੰਦਰ ਦੇ ਉੱਤੋਂ ਵਿਖਦਾ ਹੁੰਦਾ ਵਾ। ਹਾਂਜੀ, एलिया ने कहा, अहाब
के पास जाकर कह, एलिया ने आख्या अहाब राजे दे कोले जा ते ओनू ये गल कह, रथ जुतवा कर नीचे जा, रथ जुतवाना और नीचे जा, थले चला जा। हाँ जी, कहीं ऐसा ना हो हाँ जी, कि तू वर्षा के कारण रुक जाए। किते एवें ना होवे भी बरसात दे करके तू रुक जाए। कहंदा अपने रथ जुतवा और निकल जा इथों, जल्दी कर, क्योंकि वो अकाल खत्म होने वाला सी और उस बारिश के नाल ही अकाल ने खत्म होना सी ते उत्थे बहुत ज्यादा बारिश जड़ी आ वो होने वाली सी। उन्हें एक बारी प्रार्थना की ते विश्वास किन्नी नहीं कराया, 7 बार। एक भैन सी उहदी जाड़ दे विच दर्द हुंदी सी, किसे कलीसिया वाले दे घरे जड़ी आ वो शाम की प्रार्थना सभा सी, आराधना सभा सी और उत्थे जान तो पहले उन्हें पास्टर जी को फोन किया कि भाजी मेरे वास्ते दुआ करो, मेरी जाड़ बड़ी दर्द करती है। तो वो प्रार्थना करा के आराधना दे विच आ गई और उत्थे जो आके बैठी प्रार्थना शुरू होने तो पहला फिर कहती आ भाजी दुआ करो कि मेरी जाड़ ठीक हो जाए। प्रार्थना जो चलती आ तो जिवें प्रार्थना दे खास विषय के वास्ते प्रार्थना आख्या गया भी अगर कोई कराना चाहता है तो करा सकता। वो भैन फिर खड़ी होगी भी मेरी जाड़ दुखती आ, प्रार्थना करो। तो जो आराधना समाप्त हो गई वो फिर कहती है भाजी हुण मेरी जाड़ नहीं, प्रार्थना करो। तो जान लग्या फिर कहती है भाजी मेरी जाड़ नहीं, प्रार्थना करो। पादरी साहब प्रार्थना करन लगे, कहती ना 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 इस तरह नहीं, आ करके मुंह खोलिया, मेरी जाड़ उत्ते मेरे हाथ रख के मेरी जाड़ को छू के प्रार्थना करे तो फिर मैं चंगी होवांगी। असीं ये दुआ कर जड़ी आ साडा विश्वास आ, जिन्ना चिर पादरी साडे उत्ते हाथ रख के जड़ा साडा अंग दुखदा वा उस अंग ते जिन्ना चिर पास्टर हाथ ना रखे उन्ना चिर असीं चंगे नहीं हुंदे। ये साडा विश्वास आ। भाई काला जी तुसीं फोन ते प्रार्थना कराई सी कि मैं हाथ रखिया सी? हाँ जी भाई तारा जी तुसीं फोन ते प्रार्थना कराउंदे हाथ रखिया जांदा है? हाँ जी भैन दर्शना जी तुसीं फोन ते प्रार्थना कराई है हाथ रखिया गया सी? नहीं, फिर भी तो ठीक होया ना सी। ते साडा विश्वास जड़ा वा ये बहुत ज़्यादा डाउन आ। इस चीज़ को समझने की जरूरत आ कि जिन्ना चिर पादरी हाथ ना रखे साडी की आ दवा असर नहीं करती। ये लोगों की सोच आ। साडा विश्वास एवें दा नहीं होना चाहिए। और मतलब कहने का मतलब है कि साडा जड़ा विश्वास है अज राई के दाने तो भी कई गुना छोटा विश्वास आ। थोड़ा जहा होर वड्डा हुंदा ते असीं जड़ा वा खुद लोकां वास्ते दुआ करदे होना सी असीं, क्योंकि लोकां वास्ते दुआ करना जड़ा है कले पास्टर नूं नहीं आख्या गया। लोकां वास्ते दुआ करना कले पास्टर नूं नहीं आख्या गया। लोकां वास्ते हर एक जन जड़ा अपनी प्रार्थना दे विच अपने विश्वास दे विच मजबूत आ दूसरे वास्ते प्रार्थना कर सकदा वा। ते साडा विश्वास की आ अज राई दे दाने तो भी जड़ा वा वो छोटा विश्वास है साडा। होर की कारण आ कि असीं जड़ा वा वो दुखी आ? की कारण आ? परमेश्वर दा रहम भी साडे ते पूरा वा, परमेश्वर दी आशीषां भी साडे ते पूरियां ने और परमेश्वर साडी जिंदगी दे विच काम भी पूरा कर रहा वा, फिर भी असीं क्यों दुखी आ? कि अज जड़ियां वस्तुआं परमेश्वर दे लई पवित्र आ असीं किया उन्हां दा खाना शुरू कर दिता वा। परमेश्वर दियां पवित्र वस्तुआं असीं खानियां शुरू कर दित्तियां ने, असीं आप इस्तेमाल करनियां शुरू कर दित्तियां ने। की चीज़ां परमेश्वर दे घर दे विच पवित्र आ? कोई दस सकदा? 3 चीज़ां पवित्र आ परमेश्वर दे घर दे वास्ते। किहड़ियां ने? पहला जड़ा पवित्र आ वो हैगा सब्बत दा दिन। निर्गमन की किताब उनका 20 अध्याय 8 तो 11 वचन पढ़िए कि यह पवित्र आ, इनू असीं अपनी मर्जी के नाल इस्तेमाल नहीं कर सकते। फिर भी इस दिन असीं अपने काम करते हैं, फिर भी इस दिन नूं असीं परमेश्वर के लिए नहीं बल्कि अपने लिए इस्तेमाल करते हैं। असीं जानते हैं कि इस दिन आराधनालय दे विच परमेश्वर साडा इंतजार करता वा, पर असीं किन्ना भी करदा रहे, असीं अपने काम ते चले आ।
ਪਰਮੇਸ਼ਵਰ ਦੇ ਲਈ ਸਬਤ ਦਾ ਦਿਨ ਪਵਿੱਤਰ ਆ। ਪਰਮੇਸ਼ਵਰ ਸਾਡਾ ਇੰਤਜ਼ਾਰ ਕਰਦਾ ਵਾ ਆਰਾਧਨਾਲय ਦੇ ਵਿੱਚ, ਤੇ ਅਸੀਂ ਕੀ ਆਪਣੀ ਮਰਜ਼ੀ ਕਰਦੇ ਆ। ਹਾਂਜੀ, ਪੜ੍ਹ दीजिए ਜਿੰਦੇ ਕੋਲੇ ਪਰਮੇਸ਼ਵਰ ਦਾ ਵਚਨ ਆ। निर्गमन 20 अध्याय 8 ਤੋਂ 11 वचन। तू विश्राम दिन को पवित्र मानने के लिए संकल्प करना। तू विश्राम दिन ਨੂੰ ਪਵਿੱਤਰ ਮੰਨਣ ਦੇ ਲਈ ਯਾਦ ਰੱਖਣਾ। 6 दिन तो परिश्रम करके अपना सब कामकाज करना। 6 दिन ਤੇ ਤੂੰ ਪੂਰੀ ਮਿਹਨਤ ਕਰਕੇ ਆਪਣਾ ਸਾਰਾ ਕੰਮਕਾਜ ਕਰਨਾ ਵਾ। ਹਾਂਜੀ, परंतु 7वां दिन तेरे परमेश्वर यहोवा के लिए विश्राम दिन है। ਕਿਉਂਕਿ 7ਵਾਂ ਦਿਨ ਤੇਰੇ ਪਰਮੇਸ਼ਵਰ ਯਹੋਵਾ ਦੇ ਲਈ ਵਿਸ਼ਰਾਮ ਦਿਨ ਆ। ਹਾਂਜੀ, उसमें ना तो तू किसी भांति का कामकाज करना, ਉਸ ਦਿਨ ਤੇ ਨਾ ਤੂੰ ਕੰਮ ਕਰਨਾ ਵਾ ਕਿਸੇ ਵੀ ਤਰ੍ਹਾਂ ਦਾ, ना तेरा बेटा, ਨਾ ਤੇਰਾ ਬੇਟਾ ਕੰਮ ਕਰੇ, ना तेरी बेटी, ਨਾ ਤੇਰੀ ਬੇਟੀ ਇਸ ਦਿਨ ਕੋਈ ਵੀ ਆਪਣੀ ਮਰਜ਼ੀ ਦੇ ਨਾਲ ਕੰਮ ਕਰੇ, ना तेरा दास, ਨਾ ਕੋਈ ਤੇਰਾ ਦਾਸ ਜਿਹੜਾ ਤੇਰੇ ਘਰ ਦੇ ਵਿੱਚ ਤੇਰਾ ਸੇਵਕ ਆ ਇਹ ਵੀ ਇਸ ਦਿਨ ਕੋਈ ਕੰਮ ਨਾ ਕਰੇ, ना तेरी दासी, ਨਾ ਤੇਰੀ ਕੋਈ ਦਾਸੀ, ना तेरे पशु, ਨਾ ਤੇਰੇ ਪਸ਼ੂ ਇਹ ਵੀ ਕੰਮ ਨਹੀਂ ਕਰਨੇ ਚਾਹੀਦੇ ਇਸ ਦਿਨ, ना कोई परदेसी जो तेरे फाटकों के भीतर है। ਔਰ ਨਾ ਕੋਈ ਤੇਰਾ ਮਹਿਮਾਨ ਜਿਹੜਾ ਤੇਰੇ ਘਰ ਦੇ ਅੰਦਰ ਹੈ। क्योंकि 6 दिन में यहोवा ने आकाश और पृथ्वी और समुद्र और जो कुछ उनमें है सबको बनाया। ਕਿਉਂਕਿ 6 ਦਿਨਾਂ ਦੇ ਵਿੱਚ ਪਰਮੇਸ਼ਵਰ ਯਹੋਵਾ ਨੇ ਆਕਾਸ਼ ਔਰ ਪ੍ਰithvi ਔਰ ਜੋ ਕੁਝ ਇਹਦੇ ਵਿੱਚ ਹੈ ਹਰ ਇੱਕ ਚੀਜ਼ ਨੂੰ ਜਿਹੜਾ ਵਾ ਪਰਮੇਸ਼ਵਰ ਨੇ ਬਣਾਇਆ। ਹਾਂਜੀ, और 7वें दिन विश्राम किया। 7ਵੇਂ ਦਿਨ ਵਿਸ਼ਰਾਮ ਕੀਤਾ। इस कारण यहोवा ने विश्राम दिन को आशीष दी ਇਸ ਕਰਕੇ ਯਹੋਵਾ ਨੇ ਵਿਸ਼ਰਾਮ ਦਿਨ ਨੂੰ ਆਸ਼ੀਸ਼ ਦਿੱਤੀ ਆ और पवित्र ठहराया। ਔਰ ਪਵਿੱਤਰ ਕੀਤਾ ਵਾ। ਇਸ ਦਿਨ ਨੂੰ ਪਰਮੇਸ਼ਵਰ ਨੇ ਆਸ਼ੀਸ਼ ਵੀ ਦਿੱਤੀ ਆ ਔਰ ਪਵਿੱਤਰ ਵੀ ਕੀਤਾ ਵਾ। ਇਸ ਦਿਨ ਨੂੰ ਅਸੀਂ ਆਪਣੀ ਮਰਜ਼ੀ ਦੇ ਨਾਲ ਇਸਤੇਮਾਲ ਨਹੀਂ ਕਰ ਸਕਦੇ। ਸਾਨੂੰ 6 ਦਿਨ ਦਿੱਤੇ ਆ ਕੰਮ ਕਰਨ ਵਾਸਤੇ, ਉਹਨਾਂ 6 ਦਿਨਾਂ ਨੂੰ ਨਾ ਤੇ ਆਸ਼ੀਸ਼ ਦਿੱਤੀ ਆ ਨਾ ਪਵਿੱਤਰ ਕੀਤਾ ਵਾ। ਤੇ ਜਿਹੜੇ ਦਿਨ ਨੂੰ ਪਰਮੇਸ਼ਵਰ ਨੇ ਆਸ਼ੀਸ਼ ਦਿੱਤੀ ਆ, ਜਿਸ ਦਿਨ ਨੂੰ ਪਵਿੱਤਰ ਕੀਤਾ ਵਾ, ਜਿਹੜਾ ਦਿਨ ਸਾਡੇ ਔਰ ਪਰਮੇਸ਼ਵਰ ਦੇ ਵਿੱਚ ਇੱਕ ਸਦਾ ਦਾ ਚਿੰਨ੍ਹ ਆ ਜਿਹੜਾ ਅੰਤ ਦੇ ਸਮੇਂ 'ਚ ਸਾਡੇ ਮੱਥੇ ਤੇ ਜਾਂ ਸਾਡੇ ਹੱਥ ਤੇ ਲੱਗੇਗਾ, ਉਹ ਇਹੋ ਹੀ ਦਿਨ ਆ। ਤੇ ਇਸ ਦਿਨ ਨੂੰ ਕੀ ਆ ਅਸੀਂ ਆਪਣੀ ਮਰਜ਼ੀ ਦੇ ਨਾਲ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਵਾ। ਪਰਮੇਸ਼ਵਰ ਦੀ ਇੱਛਾ ਦੇ ਨਾਲ ਨਹੀਂ ਅਸੀਂ ਇਸ ਦਿਨ ਚੱਲਦੇ। ਹੋਰ ਦੂਸਰੀ ਚੀਜ਼ ਕੀ ਚੀਜ਼ ਪਵਿੱਤਰ ਆ? ਦਸਵੰਧ। ਦਸਵੰਧ ਜਿਹੜਾ ਵਾ ਸਾਡੀ ਕਮਾਈ ਦਾ 10ਵਾਂ ਹਿੱਸਾ ਵਾ। ਅਗਰ ਅਸੀਂ ਕੋਈ ਵੀ ਕੰਮ ਕਰਦੇ ਆ ਤੇ ਉਹਦਾ 10ਵਾਂ ਹਿੱਸਾ ਹਰ ਇੱਕ ਕੰਮ ਦਾ, ਭਲੇ ਕੰਮ ਦਾ, ਹਰ ਇੱਕ ਭਲੇ ਕੰਮ ਦਾ 10ਵਾਂ ਹਿੱਸਾ ਜਿਹੜਾ ਵਾ ਉਹ ਪਰਮੇਸ਼ਵਰ ਦੇ ਲਈ ਪਵਿੱਤਰ ਆ। ਲੇਵੀ ਵਿਵਸਥਾ ਦੀ ਕਿਤਾਬ 27 ਅਧਿਆਏ ਉਹਦਾ 30 ਔਰ 31 ਵਚਨ ਜਿਹਨੂੰ ਮਿਲ ਗਿਆ ਪੜ੍ਹ ਸਕਦੇ ਆ। ਦਸਵੰਧ ਪਵਿੱਤਰ ਆ, ਇਹਨੂੰ ਅਸੀਂ ਆਪਣੀ ਮਰਜ਼ੀ ਦੇ ਨਾਲ ਇਸਤੇਮਾਲ ਨਹੀਂ ਕਰ ਸਕਦੇ। ਫਿਰ ਵੀ ਅਸੀਂ ਰੱਜ ਕੇ ਜਿੱਦ ਦੇ ਨਾਲ ਅਸੀਂ ਆਪਣੀ ਮਰਜ਼ੀ ਦੇ ਲਈ ਇਸਤੇਮਾਲ ਕਰਦੇ ਹਾਂ। ਹਾਂਜੀ, ਲੇਵੀ ਵਿਵਸਥਾ 27 ਅਧਿਆਏ ਉਹਦਾ 30 और 31 वचन। फिर भूमि की उपज का सारा दशमांश, ਫਿਰ ਜ਼ਮੀਨ ਦੀ ਉਪਜ ਦਾ ਸਾਰਾ ਦਸਵੰਧ, चाहे वह भूमि का बीज हो, ਭਾਵੇਂ ਉਹ ਜ਼ਮੀਨ ਦਾ ਬੀਜ ਹੋਵੇ, चाहे वृक्ष का फल, ਭਾਵੇਂ ਉਹ ਕਿਸੇ ਰੁੱਖ ਦਾ ਫਲ ਹੋਵੇ, वह यहोवा ही का है। ਉਹ ਪਰਮੇਸ਼ਵਰ ਦਾ ਵਾ। ਦਸਵੰਧ ਜਿਹੜਾ ਵਾ ਉਹ ਯਹੋਵਾ ਦਾ ਵਾ, वह यहोवा के लिए पवित्र ठहरे। ਔਰ ਯਹੋਵਾ ਦੇ ਲਈ ਪਵਿੱਤਰ ਠਹਿਰੇ। ਜੋ ਵੀ ਅਸੀਂ ਕਮਾਈ ਕਰਦੇ ਹਾਂ ਉਹਦਾ 10ਵਾਂ ਹਿੱਸਾ ਜਿਹੜਾ ਵਾ ਉਹ ਪਰਮੇਸ਼ਵਰ ਦੇ ਲਈ ਪਵਿੱਤਰ ਆ। ਇਹਨੂੰ ਅਸੀਂ ਆਪਣੀ ਮਰਜ਼ੀ ਦੇ ਨਾਲ ਇਸਤੇਮਾਲ ਨਹੀਂ ਕਰ ਸਕਦੇ। ਹਰ ਇੱਕ ਚੀਜ਼ ਜਿਹੜੀ ਪਵਿੱਤਰ ਆ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ, ਪਰਮੇਸ਼ਵਰ ਦੇ ਲਈ ਪਵਿੱਤਰ ਆ। ਪਹਿਲੋਠਾ ਬੱਚਾ, ਅਗਰ ਸਾਡਾ ਕੋਈ ਪਹਿਲਾ ਜਿਹੜਾ ਮੁੰਡਾ ਵਾ, ਜਿਹੜਾ ਭਾਵੇਂ ਪਹਿਲੀ ਕੁੜੀ ਹੋਵੇ ਉਸ ਤੋਂ ਬਾਅਦ ਵੀ ਅਗਰ ਮੁੰਡਾ ਹੁੰਦਾ ਤੇ ਉਹ ਪਵਿੱਤਰ ਆ ਪਰਮੇਸ਼ਵਰ ਦੀ ਜਿਹੜੀ ਨਿਗਾਹ ਦੇ ਵਿੱਚ। ਪੜ੍ਹ ਲੀजिए निर्गमन 13 अध्याय ਉਹਦਾ ਪਹਿਲਾ और दूसरा वचन। फिर यहोवा ने मूसा से कहा, ਫਿਰ ਯਹੋਵਾ ਨੇ ਮੂਸਾ ਨੂੰ ਆਖਿਆ, क्या मनुष्य के क्या पशु के ਕੀ ਆਦਮੀ ਦੇ ਤੇ ਕੀ ਪਸ਼ੂ ਦਾ
इसराइलियों में जितने अपनी अपनी मां के जेठे हों ਇਸਰਾਈਲੀਆਂ ਦੇ ਵਿੱਚ ਪਰਮੇਸ਼ਵਰ ਤੇ ਵਿਸ਼ਵਾਸ ਕਰਨ ਵਾਲਿਆਂ ਦੇ ਵਿੱਚ ਜਿੰਨੇ ਵੀ ਆਪਣੀ ਮਾਂ ਦੇ ਜੇਠੇ ਨੇ, ਪਹਿਲੇ ਬੱਚੇ ਨੇ, ਹਾਂਜੀ, उन्हें मेरे लिए पवित्र मानना ਉਹਨਾਂ ਨੂੰ ਮੇਰੇ ਵਾਸਤੇ ਪਵਿੱਤਰ ਮੰਨਣਾ ਵਾ। ਉਹਨਾਂ ਨੂੰ ਤੁਸੀਂ ਆਪਣੀ ਮਰਜ਼ੀ ਦੇ ਨਾਲ ਇਸਤੇਮਾਲ ਨਹੀਂ ਕਰ ਸਕਦੇ, ਉਹ ਪਰਮੇਸ਼ਵਰ ਦੇ ਕੰਮ ਦੇ ਲਈ ਇਸਤੇਮਾਲ ਹੋਣੇ ਚਾਹੀਦੇ ਆ। ਹਾਂਜੀ, वह मेरा ही है। ਉਹ ਮੇਰੇ ਹੀ ਆ। ਫਿਰ ਹੋਰ ਇੱਕ ਜਿਹੜਾ ਸਾਡੇ ਵਿੱਚ ਕਮੀਆਂ ਜਿੰਦੀ ਵਜ੍ਹਾ ਦੇ ਨਾਲ ਅਸੀਂ ਜਿਹੜਾ ਵਾ ਦੁਖੀ ਰਹਿੰਦੇ ਆ, ਪਰਮੇਸ਼ਰ ਦੀ ਕਿਰਪਾ ਸਾਡੇ ਤੇ ਪੂਰੀ ਆ, ਪਰਮੇਸ਼ਰ ਦੀਆਂ ਆਸ਼ੀਸ਼ਾਂ ਬਰਕਤਾਂ ਸਾਡੇ ਤੇ ਬਹੁਤ ਜ਼ਿਆਦੀਆਂ ਵਾ। ਹਰ ਰੋਜ਼ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਵਾ। ਫਿਰ ਵੀ ਜਿਹੜੇ ਅਸੀਂ ਦੁਖੀ ਆ, ਇੱਕ ਹੋਰ ਕਾਰਨ ਇਹਦਾ ਸਾਡੀਆਂ ਬਹਾਨੇਬਾਜ਼ੀਆਂ। ਪਰਮੇਸ਼ਰ ਦੇ ਘਰ ਦੇ ਵਿੱਚ ਕੰਮ ਕਰਨ ਦੇ ਲਈ ਸਾਡੇ ਬਹਾਨੇ ਬਹੁਤ ਵੱਡੇ ਵੱਡੇ ਨੇ, ਬੜੀਆਂ ਬਹਾਨੇਬਾਜ਼ੀਆਂ ਅਸੀਂ ਬਣਾਉਂਦੇ ਆ। ਯਿਰਮੀਆ ਦੀ ਕਿਤਾਬ ਉਹਦਾ 1 ਅਧਿਆਇ ਉਹਦਾ 4 ਤੋਂ 6 ਵਚਨ, ਅਸੀਂ ਪਰਮੇਸ਼ਰ ਦੀਆਂ ਪਵਿੱਤਰ ਚੀਜ਼ਾਂ ਜਿਹੜੀਆਂ ਉਹ ਖਾ ਜਾਂਦੇ ਆ। ਸਾਡਾ ਵਿਸ਼ਵਾਸ ਰਾਈ ਦੇ ਦਾਣੇ ਤੋਂ ਵੀ ਛੋਟਾ ਵਾ। ਅਸੀਂ ਜਦੋਂ ਪ੍ਰਾਰਥਨਾ ਕਰਦੇ ਹਾਂ ਤਾਂ ਕੁਝ ਨਹੀਂ ਸੋਚਦੇ ਸਮਝਦੇ ਵੀ ਅਸੀਂ ਕੀ ਕਰਨ ਲੱਗੇ ਆ। ਫਿਰ ਕੀ ਅਸੀਂ ਪਰਮੇਸ਼ਵਰ ਦੇ ਘਰ ਦੇ ਵਿੱਚ ਬਹਾਨੇਬਾਜ਼ੀਆਂ ਵੀ ਬਣਾਉਣੀਆਂ ਸ਼ੁਰੂ ਕਰ ਦਿੰਦੇ ਆ। ਤੇ ਸਾਨੂੰ ਕੀ ਜ਼ਰੂਰਤ ਹੈ? ਅੱਜ ਇਹ ਕੰਮਾਂ ਨੂੰ ਛੱਡਣ ਦੀ ਜ਼ਰੂਰਤ ਹੈ ਸਾਨੂੰ। ਯਿਰਮੀਆ 1 ਅਧਿਆਇ ਉਹਦਾ 4 ਤੋਂ 6 ਵਚਨ। तब यहोवा का यह वचन मेरे पास पहुंचा। ਫਿਰ ਯਹੋਵਾ ਦਾ ਇਹ ਵਚਨ ਮੇਰੇ ਕੋਲੇ ਪਹੁੰਚਿਆ। ਯਿਰਮੀਆ ਨਬੀ ਕਹਿ ਰਿਹਾ ਵਾ ਕਿ ਫਿਰ ਯਹੋਵਾ ਦਾ ਇਹ ਵਚਨ ਮੇਰੇ ਕੋਲੇ ਪਹੁੰਚਿਆ। गर्भ में रचने से पहले ही मैंने तुझ पर चित्त लगाया। ਪਰਮੇਸ਼ਵਰ ਕਹਿੰਦਾ ਵਾ ਵੀ ਗਰਭ ਦੇ ਵਿੱਚ ਰਚਨ ਤੋਂ ਪਹਿਲਾਂ ਮੈਂ ਤੇਰੇ ਉੱਤੇ ਆਪਣਾ ਧਿਆਨ ਲਾਇਆ। ਪਰਮੇਸ਼ਵਰ ਕਹਿੰਦਾ ਵਾ, ਹਾਂਜੀ, और उत्पन्न होने से पहले ही मैंने तेरा अभिषेक किया। ਤੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਮੈਂ ਕੀ ਕੀਤਾ ਵਾ? ਤੇਰਾ ਅਭਿਸ਼ੇਕ ਕੀਤਾ, ਤੈਨੂੰ ਪਵਿੱਤਰ ਕੀਤਾ। मैंने तुझे जातियों का भविष्यद्वक्ता ठहराया। ਮੈਂ ਤੈਨੂੰ ਜਾਤੀਆਂ ਦਾ ਭਵਿੱਖਵਕਤਾ ਠਹਿਰਾਇਆ ਕਿ ਤੂੰ ਆਉਣ ਵਾਲੇ ਸਮੇਂ ਦੇ ਬਾਰੇ ਦੀਆਂ ਗੱਲਾਂ ਦੱਸੇ। ਹਾਂਜੀ, तब मैंने कहा, आए प्रभु यहोवा, देख मैं तो बोलना भी नहीं जानता। ਇੱਥੇ ਸਾਡੇ ਬਹਾਨੇ ਸ਼ੁਰੂ ਹੋ ਜਾਂਦੇ ਆ। ਜਦੋਂ ਪਰਮੇਸ਼ਰ ਦੇ ਘਰ ਦੇ ਕੰਮ ਕਰਨ ਦੀ ਜ਼ਰੂਰਤ ਪਵੇ, ਪਰਮੇਸ਼ਰ ਦੇ ਕੰਮ ਕਰਨ ਦੀ ਜ਼ਰੂਰਤ ਪੜੇ, ਤੇ ਉੱਥੇ ਅਸੀਂ ਕੀ ਕਰਦੇ ਆ? ਹਾਏ ਮੇਰੇ ਕੋਲ ਨਹੀਂ ਆਤਾ ਬੋਲਣਾ, ਹਨਾ, ਮੈਨੂੰ ਨਹੀਂ ਬੋਲਣਾ ਆਉਂਦਾ, ਮੈਂ ਕਿਸ ਤਰ੍ਹਾਂ ਆਣ ਕੇ ਬੋਲਾਂ, ਮੇਰੇ ਕੋਲ ਨਹੀਂ ਬੋਲਿਆ ਜਾਂਦਾ, ਮੈਨੂੰ ਤਾਂ ਆਉਂਦਾ ਹੀ ਨਹੀਂ। ਤੁਸੀਂ ਤਾਂ ਪਾਸਟਰ ਦੇ ਬੱਚੇ ਸੀ ਤਾਂ ਤੁਸੀਂ ਬੋਲ ਲੈਂਦੇ ਸੀ, ਪਰ ਸਾਨੂੰ ਕਿਹੜੀ ਕੋਈ ਸਿਖਾਉਣ ਵਾਲਾ ਵਾ? ਸਾਡੇ ਕੋਲ ਨਹੀਂ ਬੋਲਿਆ ਜਾਂਦਾ, ਆਪੇ ਬੋਲੋ ਤੁਸੀਂ। ਸਾਡੇ ਕੋਲ ਨਹੀਂ ਗਵਾਹੀ ਦਿੱਤੀ ਜਾਂਦੀ। ਮੈਂ ਉੱਥੇ ਬਿਠਾ ਲਵਾਂਗਾ ਆਪਣੀ ਸੀਟ ਤੇ ਤੁਸੀਂ ਜਿਹੜੀ ਆ ਗਵਾਹੀ ਦੇਣੀ ਆ। ਸਾਡੇ ਬਹਾਨੇ ਸ਼ੁਰੂ ਹੋ ਜਾਂਦੇ ਆ, ਤੇ ਇਦਾਂ ਨਹੀਂ ਹੋਣਾ ਚਾਹੀਦਾ। ਹਾਂਜੀ, क्योंकि मैं लड़का ही हूँ। ਬਹਾਨਾ ਕੀ ਆ? ਮੈਂ ਜੇ ਜਵਾਕ ਹੀ ਆ, ਅਜੇ ਮੈਂ ਛੋਟਾ ਹੀ ਆ, ਮੈਨੂੰ ਸਮਝ ਨਹੀਂ ਹੈਗੀ ਅਜੇ ਨਹੀਂ ਬੋਲਣ ਦੀ। ਹਾਂਜੀ, परंतु यहोवा ने मुझसे कहा। ਪਰਮੇਸ਼ਵਰ ਫਿਰ ਸਾਨੂੰ ਤਸੱਲੀ ਦਿੰਦਾ ਵਾ, ਪਰਮੇਸ਼ਵਰ ਫਿਰ ਸਾਨੂੰ ਹਿੰਮਤ ਦਿੰਦਾ ਵਾ। ਉਹ ਕੀ ਕਹਿੰਦਾ ਵਾ? ਹਾਂਜੀ, मत कह कि मैं लड़का हूँ। ਇਹ ਨਾ ਆਖ ਵੀ ਮੈਂ ਅਜੇ ਜਵਾਕ ਹੀ ਆ, ਇਹ ਨਾ ਕਹਿ ਮੈਨੂੰ ਨਹੀਂ ਅਜੇ ਬੋਲਣਾ ਆਉਂਦਾ। ਹਾਂਜੀ, क्योंकि जिस किसी के पास मैं तुझे भेजूं, ਕਿਉਂਕਿ ਜਿੰਦੇ ਕੋਲੇ ਮੈਂ ਤੈਨੂੰ ਭੇਜਾਂਗਾ, वहाँ तू जाएगा। ਹਾਂਜੀ, और जो कुछ मैं तुझे आज्ञा दूं, और जो कुछ मैं तुझे आज्ञा दूं वही तू कहेगा। ਜਿਹੜੀ ਆਗਿਆ ਮੈਂ ਤੈਨੂੰ ਦਿਨਾ ਵਾ ਉਹ ਹੈ ਤੂੰ ਅੱਗੇ ਜਾ ਕੇ ਕਹਿਣੀ ਆ। ਹਾਂਜੀ, तू उनके मुख को देखकर मत डर। ਤੂੰ ਉਹਨਾਂ ਦੀ ਸ਼ਕਲ ਵੇਖ ਕੇ ਨਾ ਡਰ, क्योंकि तुझे छुड़ाने के लिए मैं तेरे साथ हूँ। ਕਿਉਂਕਿ ਤੈਨੂੰ ਛੁਡਾਉਣ ਵਾਸਤੇ ਮੈਂ ਤੇਰੇ ਨਾਲ ਹੀ ਆ। ਅਗਰ ਕੋਈ ਤੇਰੀ ਹਾਨੀ ਕਰਦਾ ਵਾ, ਤੇਰਾ ਨੁਕਸਾਨ ਕਰਦਾ ਵਾ, ਤੇ ਮੈਂ ਕੀ ਆ? ਤੇਰੇ ਨਾਲ ਹੀ ਆ। ਪਰਮੇਸ਼ਰ ਦਾ ਵਚਨ ਪੜ੍ਹੀਏ, ਕਹਿੰਦਾ ਬੋਲੀ ਜਾ, ਬੋਲੀ ਜਾ, ਚੁੱਪ ਨਾ ਰਹਿ, ਕਿਉਂਕਿ ਇਸ ਨਗਰ ਦੇ ਵਿੱਚ ਮੇਰੇ ਬਹੁਤ ਸਾਰੇ ਲੋਕ ਹੈਗੇ ਨੇ, ਕੋਈ ਤੇਰੇ ਉੱਤੇ ਚੜਾਈ ਕਰਕੇ ਤੇਰਾ ਨੁਕਸਾਨ ਨਹੀਂ ਕਰੇਗਾ। ਇਹ ਪਰਮੇਸ਼ਰ ਦਾ ਵਾਅਦਾ ਵਾ। ਪਰ ਅਸੀਂ ਕੀ ਆ? ਇਹ ਕਮੀਆਂ ਸਾਡੇ ਅੰਦਰੋਂ ਕੱਢਣੀਆਂ ਵਾ। ਜੇ ਅਸੀਂ ਚਾਹੁੰਦੇ ਆ ਕਿ ਮੈਂ ਦੁਖੀ ਜਿਹੜਾ ਵਾ, ਮੇਰਾ ਦੁੱਖ, ਮੇਰੀ ਪਰੇਸ਼ਾਨੀ ਖਤਮ ਹੋ ਜਾਏ, ਤੇ ਇਹ 4 ਕਮੀਆਂ
ਜਿਹੜੀਆਂ ਅਸੀਂ ਵੇਖੀਆਂ ਨੇ ਇਹਨਾਂ ਨੂੰ ਦੂਰ ਕਰਨਾ ਪਏਗਾ। ਫਿਰ ਪਰਮੇਸ਼ਰ ਜਿਹੜਾ ਵਾ ਉਹ ਸਾਡੇ ਨਾਲ ਆਸ਼ੀਸ਼ ਆਪਦੇ ਜਿਸ ਤਰੀਕੇ ਨਾਲ ਪਹਿਲਾਂ ਦੇ ਰਿਹਾ ਸੀ ਉਸ ਤਰ੍ਹਾਂ ਵੀ ਦੇਗਾ, ਪਰ ਸਾਡੇ ਅੰਦਰੋਂ ਕੀ ਆ ਜਿਹੜੀ ਪਰੇਸ਼ਾਨੀ ਖਤਮ ਕਰ ਦੇਗਾ। ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਔਰ ਬਰਕਤ ਦੇ। ਔਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਸਲਾਮ।